भगवंत सरकार करो सियापा करो सियापा करो सियापा। साडा औखा होया जी। असीं देखो तुहाडे सामने किन्ना गंद चक्का जी करोना में सानू भी बीमारी लगने का खतरा। इन्ने के 7000 रुपये में असीं क्या वो इलाज करा सकते अपना। घरे जी भैन आ जी भाई आ जी एक भाई बीमार आ जी उन्होंने टीवी की शिकायत हो गई जी। बहुत देर ते पैसा कोल हुंदा नहीं जी सैलरी लेट पैंदी है जी। इन्ने पैसों का साडा गुजारा नहीं होंदा बिल्कुल भी। ਖਰੜ ਨਗਰ ਕੌਂਸਲ ਦੇ ਵਿੱਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਹੜਤਾਲ ਤੇ ਗਏ ਲਗਭਗ 1 ਮਹੀਨਾ ਹੋ ਚੁੱਕਾ ਹੈ ਤੇ ਖਰੜ ਸ਼ਹਿਰ ਦੇ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਹੋਏ ਨੇ। ਸਰਕਾਰਾਂ ਪ੍ਰਸ਼ਾਸਨ ਦੇ ਕੰਨਾਂ ਤੇ ਜੂੰ ਤੱਕ ਨਹੀਂ ਰੇਂਗ ਰਹੀ। ਆਓ ਤੁਹਾਨੂੰ ਦਿਖਾਉਂਦੇ ਆ ਕਿ ਕਿਹੜੇ ਹਾਲਾਤਾਂ ਦੇ ਵਿੱਚ ਮਹਿਜ਼ 7,500 ਰੁਪਇਆ ਤਨਖਾਹ ਲੈਣ ਵਾਲੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਰਹਿ ਰਹੇ ਨੇ, ਕਿਸ ਤਰੀਕੇ ਦੇ ਉਹਨਾਂ ਦੇ ਘਰ ਦੇ ਹਾਲਾਤ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਜ਼ਿੰਦਗੀ ਜਿਹੜਾ ਹੈ ਬਸਰ ਕਰ ਰਹੇ ਨੇ। ਸਫਾਈ ਕਰਮਚਾਰੀ ਅਜਿਹਾ ਨਾਂ ਸੁਣਦੇ ਹੀ ਸਭ ਤੋਂ ਪਹਿਲਾਂ ਜ਼ਿਹਨ ਵਿੱਚ ਆਉਂਦਾ ਹੈ ਸਾਡੇ ਸ਼ਹਿਰ ਨੂੰ ਗੰਦਗੀ ਤੋਂ ਮੁਕਤ ਕਰਨ ਵਾਲੇ ਅਤੇ ਵਾਤਾਵਰਣ ਨੂੰ ਸਵੱਛ ਅਤੇ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਾਲੇ। ਪਰ ਅੱਜਕੱਲ ਮੁਹਾਲੀ ਦਾ ਸ਼ਹਿਰ ਖਰੜ ਇੰਨਾ ਗੰਦਲਾ ਹੋ ਚੁੱਕਾ ਹੈ ਜੋ ਕਿ ਵਾਤਾਵਰਣ ਦੇ ਨਾਲ-ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਥਾਂ-ਥਾਂ ਤੇ ਪਏ ਗੰਦਗੀ ਦੇ ਢੇਰ ਆਪਣੀ ਜ਼ੁਬਾਨੀ ਆਪ ਬਿਆਨ ਕਰ ਰਹੇ ਨੇ। ਅਜਿਹਾ ਲੱਗਦਾ ਹੈ ਇੱਥੇ ਕਈ ਦਿਨਾਂ ਤੋਂ ਸਫਾਈ ਨਾ ਹੋਈ ਹੋਵੇ। ਜੇ ਤੁਸੀਂ ਇਹ ਸੋਚ ਰਹੇ ਹੋ ਤਾਂ ਸਹੀ ਸੋਚ ਰਹੇ ਹੋ ਕਿਉਂਕਿ ਪਿਛਲੇ ਲਗਭਗ 1 ਮਹੀਨੇ ਤੋਂ ਖਰੜ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਹੜਤਾਲ ਤੇ ਗਏ ਹੋਏ ਨੇ, ਜਿਸ ਨਾਲ ਸ਼ਹਿਰ ਦਾ ਇਹ ਹਾਲ ਬਣਿਆ ਹੋਇਆ ਹੈ। ਇਨ੍ਹਾਂ ਸਫਾਈ ਕਰਮਚਾਰੀਆਂ ਦੀ ਸਿਰਫ ਇੱਕੋ ਮੰਗ ਹੈ ਕਿ ਉਹ ਠੇਕੇ ਤੇ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਕੰਮ ਦਾ ਪੂਰਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਦਾ ਉਹ ਹੱਕ ਰੱਖਦੇ ਨੇ। ਆਓ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। डिमांड तो यही है जी 7500 रुपया तनख्वाह है। अज के टाइम 7500 गल की बनता जी। मैक्सीमम आप किराया ले लो, जो इन्ने बंदे इन्होंने अद्धे बंदे किराए पर भी रहते हैं। 3-4 हज़ार रुपया किराए का ला लो, 3-4 हज़ार राशन का ला लो। मैक्सीमम आप टोटल खर्चा पाते हैं वो 10-12 हज़ार रुपया अपना खर्चा बनता है। अज के टाइम बच्चे नहीं पढ़ा सकते, करोना का बुरा हाल चल रहा जी, राशन का औखा इन्हों का, एडवांस इदा का कोई प्रोसीजर है नहीं है, तनख्वाह सब की खाते 'च आती है। पहले तो इतने भी घट सीगा जी 7500 तो मेरे ख्याल 2 साल होया उदों होया जी। शुरू तो 1800 1800 2200 2500 इदा करते 200-300 रुपया करके बढ़िया जी। तो हुण जाके लास्ट 7500 7658 रुपये पूरी है। किराए ते रहने के अपने मकान किराए ते साडा मकान गिर गया जी। अच्छा, हाँ। कितनी देर तो हड़ताल ते बैठे? सानू महीना हो जाना जी, हुण महीना होने वाला जी। घर तक किवें चलदा किवें? बस इदां ही चली जांदा जी, क्या कर 15 ਸਾਲ ਜੀ ਸਾਨੂੰ ਲੱਗਿਆ ਨੂੰ ਹੋ ਗਏ ਕਮੇਟੀ ਵਿੱਚ ਝੁੰਗੀਆਂ ਵਾਲੇ ਆ ਜੀ। ਅਸੀਂ ਲੋਹਾਰ ਪਹਿਲਾਂ ਸਾਡਾ ਲੋਹੇ ਦਾ ਕੰਮ ਚੱਲਦਾ ਸੀਗਾ ਜੀ, ਹੁਣ ਉਹ ਵੀ ਨਹੀਂ ਚੱਲਦਾ। ਕਮੇਟੀ ਵੱਲੋਂ ਕੋਈ ਸਾਨੂੰ ਸਹੂਲਤ ਨਹੀਂ ਮਿਲਦੀ ਜੀ, ਨਾ ਹੀ ਕੋਈ ਅਜੇ 15 ਸਾਲ ਹੋ ਗਏ ਨਾ ਹੀ ਤਨਖਾਹ ਵਧਾਉਂਦੇ ਆ ਜੀ। ਸਾਡੀਆਂ ਝੁੰਗੀਆਂ ਪਾਈਆਂ ਵੀ ਆ ਜੀ, 20-15 ਸਾਲ ਤੋਂ ਰਹਿੰਦੇ ਆ ਜੀ ਉਰੇ। ਅਸੀਂ ਝੁੱਗੀਆਂ 'ਚ ਰਹਿੰਦੇ ਆ ਜੀ। ਅੱਛਾ, ਤੇ ਜਦੋਂ ਕਦੀ ਬਾਰਿਸ਼ ਆ ਜਾਂਦੀ ਹੈ ਜਾਂ ਪਿੱਛੇ ਹਨੇਰੀ ਮਾਰਾ ਹਨੇਰੀ ਉੱਡ ਗਿਆ ਜੀ, ਸਾਰਾ ਕੁਝ ਅਜੇ ਨਾ ਹਰ ਬਾਰੇ ਬਾਰਿਸ਼ ਮਾ ਭਿੱਜਦੇ ਆ ਜੀ। ਹਰ ਬਾਰੇ ਉਰੇ ਦੀ ਸਰਕਾਰ ਹੈ ਜੀ ਕੁਛ ਕਮੇਟੀ ਨਾ ਕੁਛ ਕਰਦੀ ਆ ਜੀ। ਭੈਣ ਆ ਜੀ ਭਾਈ ਆ ਜੀ ਇੱਕ ਭਾਈ ਬਿਮਾਰ ਆ ਜੀ, ਉਹਨੂੰ ਟੀਵੀ ਦੀ ਸ਼ਿਕਾਇਤ ਹੋ ਗਈ ਜੀ। ਬਹੁਤ ਦੇਰ ਤੇ ਪੈਸਾ ਕੋਲ ਹੁੰਦਾ ਨਹੀਂ ਜੀ, ਸੈਲਰੀ ਲੇਟ ਪੈਂਦੀ ਹੈ ਜੀ। ਇਸ ਕਰਕੇ ਭਾਈ ਘਰਾਂ ਹੀ ਮੰਜੇ ਪਈ ਪਿਆ ਜੀ। ਭਾਵੇਂ ਹੁਣ ਦੇਖ ਸਕਦੇ ਮੇਰੇ ਨਾਲ ਚੱਲੋ ਜੀ। ਸਫਾਈ ਕਰਮਚਾਰੀ? हाँ जी, सफाई कर्मचारी 20 साल तो कम कर रहे जी, 21 साल तो कोई अज तक सुधार नहीं होया। मैं 1800 पर ते भी कम कर रहा ते हाल तक बहुत हड़ताल हुई, बहुत बुरा हाल है गरीब बंदे का। ना रोटी खाने का हिला है ना कोई कासे का हिला है। ये तो परमात्मा कर दे भी ठेकेदारी खत्म हो जाए या सानू पक्के कर दे सरकार, या साड़ी तनख्वाह ही बढ़ा दे, कुछ तो साडा भला हो। सही तो बहुत गरीबी के मारे हुए हैं, दसो साडा क्या हल हो सकता है। घर के मैंबर है जी, 6 मैंबर घर दे हैं जी, किराए पर मैं रहना। बच्चे किन्ने? बच्चे 2 कुड़ियाँ जी 2 मुंडे हैं जी। ਤੇ ਉਹ ਕੀ ਕਰਦੇ ਨੇ? बाजी माड़ा मोटा प्राइवेट करा जी, वो भी कम मिलता नहीं इन्ना। ਹੁਣ ਤਾਂ ਕੋਰੋਨਾ ਕਰਕੇ ਤੇ कोरोना करके जमा ही बंद है जी।
ਸਾਡਾ ਔਖਾ ਹੋਇਆ ਜੀ। ਅਸੀਂ ਦੇਖੋ ਤੁਹਾਡੇ ਸਾਹਮਣੇ ਕਿੰਨਾ ਗੰਦ ਚੱਕਾਂ ਜੀ ਕਰੋਨਾ ਮਾ, ਸਾਨੂੰ ਵੀ ਬਿਮਾਰੀ ਲੱਗਣੇ ਦਾ ਖਤਰਾ। ਇੰਨੇ ਕੁ 7000 ਰੁਪਏ ਮਾ ਅਸੀਂ ਕਿਆ ਉਹ ਇਲਾਜ ਕਰਾ ਸਕਦੇ ਆਪਣਾ। ਕੋਈ ਅਸੀਂ ਫਲ ਫਰੂਟ ਨਹੀਂ ਘਰ ਨੂੰ ਲਿਜਾ ਸਕਦੇ, ਕੋਈ ਇਹੋ ਜਿਹੀ ਚੀਜ਼ ਨਹੀਂ ਲਿਜਾ ਸਕਦੇ ਜਿਹੜੀ ਅਸੀਂ ਮੁੱਲ ਲੈ ਕੇ ਖਾ ਲਈ। ਕਿਆ ਖਾ ਲੂੰਗੇ 7000 ਰੁਪਏ ਮਾ? ਕਿਆ ਅਸੀਂ ਆਟਾ ਲੈ ਜੂੰ, ਕਿਆ ਅਸੀਂ ਆਪਣੇ ਬੱਚਿਆਂ ਨੂੰ ਰੋਟੀ ਖਿਲਾ ਦੂੰਗੇ, ਪੜ੍ਹਾ ਲੂੰਗੇ? ਸਾਨੂੰ 18 ਸਾਲ ਹੋ ਗਏ ਜੀ ਲੱਗਿਆ ਨੂੰ। 18 ਸਾਲ ਹਾਂਜੀ ਸਫਾਈ ਪਹਿਲਾਂ ਨਹੀਂ ਕਰਦੇ ਜੀ। ਹਾਂਜੀ ਪਹਿਲਾਂ ਅਸੀਂ 2500 ਰੁਪਏ ਪਰ ਲੱਗੇ ਹੋਏ ਹਾਂ ਜੀ ਤੇ 3500 ਹੋ ਗਿਆ ਫਿਰ। ਹਾਂਜੀ ਤੇ ਹੁਣ 7000 ਚ ਗੁਜ਼ਾਰਾ ਨਹੀਂ ਹੁੰਦਾ ਜੀ। 5-4 ਹਜ਼ਾਰ ਸਾਡਾ ਰਾਸ਼ਨ ਦਾ ਵੀ ਹੋ ਜਾਂਦਾ ਹੈ ਤੇ ਦੁੱਧ ਦਾ ਵੀ ਹੋ ਜਾਂਦਾ ਜੀ। ਬੱਚੇ ਵੀ ਹਿੰਮਤ ਨਹੀਂ, ਇੰਨੀ ਕੁ ਤਨਖਾਹ ਨਾਲ ਨਹੀਂ ਬੱਚਿਆਂ ਦਾ ਗੁਜ਼ਾਰਾ ਹੁੰਦਾ ਤੇ ਆਪਣਾ ਗੁਜ਼ਾਰਾ ਵੀ ਨਹੀਂ ਹੁੰਦਾ ਜੀ। ਤੇ ਸੁਣਿਆ ਤੁਸੀਂ ਕਿਸ ਤਰ੍ਹਾਂ ਇਨ੍ਹਾਂ ਸਫਾਈ ਕਰਮਚਾਰੀਆਂ ਨੂੰ ਕੰਮ ਕਰਦੇ ਹੋਏ 20 ਤੋਂ 25 ਸਾਲ ਹੋ ਚੁੱਕੇ ਨੇ, ਪਰ ਅੱਜ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮਹਿੰਗਾਈ ਵਿੱਚ ਕਿਸ ਤਰ੍ਹਾਂ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹੋਣਗੇ, ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ। ਬਸ ਸਾਡੇ ਵਾਲੇ ਤਾਂ ਬੰਦੇ ਅੱਗੇ ਕੰਮ ਕਰੂਗੇ ਨਹੀਂ, ਸਾਡੇ ਵਾਲੇ ਸਫਾਈ ਦਾ ਕੰਮ ਕਰ ਰਹੇ, ਸਫਾਈ ਦਾ ਹੀ ਕੰਮ ਕਰੂਗੇ ਜੀ। ਅਮੀਰ ਤਾਂ ਅਮੀਰ ਹੈ, ਗਰੀਬ ਨੇ ਹੋਰ ਗਰੀਬੇ ਰਹਿਣਾ ਹੈ ਜੀ। ਇਹਨਾਂ ਨੇ ਕਿੱਥੇ ਅਮੀਰ ਹੋਣਾ ਹੈ? ਜਦੋਂ ਤਨਖਾਹ 7500 ਹੈ ਤਾਂ ਬੱਚਾ ਕਿਵੇਂ ਪੜ੍ਹਾ ਲੇਗਾ ਅੱਗੇ ਆਪਣੇ ਬੱਚਿਆਂ ਨੂੰ? ਉਹ ਤਾਂ ਛੋਟੇ ਤੋਂ ਛੋਟੇ ਹੀ ਰਹਿਣਾ ਹੈ। ਤੇ ਗੁਜ਼ਾਰਾ ਬਸ ਗੁਜ਼ਾਰਾ ਮਹਾਰਾਜ ਦੇ ਹੱਥ 'ਚ ਗੁਜ਼ਾਰਾ ਦਾ ਜੀ। ਬਹੁਤ ਦੇ ਵਿੱਚ ਗੁਜ਼ਾਰਾ ਖਰੀਦਾ ਜੀ। ਤਨਖਾਹ ਨਾਲ ਕਿਆ ਬਣਨਾ? ਕੁਝ ਵੀ ਨਹੀਂ ਬਣਨਾ। ਇਹਦੇ ਨਾਲ ਤਾਂ ਆਟਾ ਵੀ ਨਹੀਂ ਆਉਂਦਾ। ਆਟਾ ਆਊਗਾ, ਆਟਾ ਵੀ 25-30 ਰੁਪਏ ਕਿਲੋ, ਕਿਆ ਕਰੂੰਗਾ? ਮੱਕੀ ਦਾ ਤੇ ਮਹਿੰਗਾ। ਆਲੂ ਹੈ, ਬਸ ਆਲੂ ਖਾ ਲਓ, ਭੁੰਨ ਕੇ ਖਾ ਲਓ ਜਾਂ ਤਰੀ ਵਾਲੇ ਬਣਾ ਕੇ ਖਾ ਲਓ ਜੀ। ਸਰਕਾਰ ਨੇ ਕਿਹੜੇ ਸਾਨੂੰ ਦੇਣਾ ਕੁਝ ਬਣਾ ਕੇ? ਜੇ ਸਰਕਾਰ ਨੇ ਨਾ ਕੁਝ ਸੋਚਿਆ ਫਿਰ ਤਾਂ ਨੂਣ ਵਾਲਾ ਕੰਮ ਆ ਜਾਣਾ। ਖਰੜ ਸ਼ਹਿਰ ਦੇ ਸਫਾਈ ਕਰਮਚਾਰੀ ਅੱਜਕੱਲ ਹੜਤਾਲ ਤੇ ਚੱਲ ਰਹੇ ਨੇ ਤੇ ਇਸ ਹੜਤਾਲ ਨੂੰ ਲਗਭਗ 1 ਮਹੀਨਾ ਹੁੰਦਾ ਜਾ ਰਿਹਾ ਹੈ। ਪੂਰਾ ਖਰੜ ਸ਼ਹਿਰ ਗੰਦਗੀ ਦੇ ਢੇਰ ਦੇ ਵਿੱਚ ਫੈਲਿਆ ਹੋਇਆ ਤੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਆਖਿਰ ਰੀਅਲ ਹੀਰੋ ਕੌਣ ਨੇ, ਕੌਣ ਸ਼ਹਿਰ ਦੀ ਸਫਾਈ ਰੱਖਦੇ ਨੇ ਤੇ ਬਾਵਜੂਦ ਇਸ ਦੇ ਸਰਕਾਰਾਂ ਦੇ ਕੰਨਾਂ ਦੇ ਜੂੰ ਤੱਕ ਨਹੀਂ ਰੇਂਗਦੀ। ਤੇ ਹੁਣ ਝਾਤ ਮਾਰਦੇ ਹਾਂ ਇਨ੍ਹਾਂ ਸਫਾਈ ਕਰਮਚਾਰੀਆਂ ਦੀ ਨਿੱਜੀ ਜ਼ਿੰਦਗੀ ਤੇ। ਇਸ ਝੁੱਗੀ ਝੌਂਪੜੀ ਨੂੰ ਦੇਖ ਕੇ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਵੋ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਹ ਸਫਾਈ ਕਰਮਚਾਰੀ ਰਹਿੰਦੇ ਹੋਣਗੇ। ਇਹ ਝੌਂਪੜੀ ਸਹੀਆਂ ਨਾਂ ਦੇ ਕਰਮਚਾਰੀ ਦੀ ਹੈ, ਨਾ ਬਿਜਲੀ, ਨਾ ਪਾਣੀ ਅਤੇ ਨਾ ਹੀ ਮੂਲਭੂਤ ਸੁਵਿਧਾ। ਘਰ ਵਿੱਚ ਬਿਮਾਰ ਭਰਾ ਨੂੰ ਦਵਾਈ ਦਵਾਉਣ ਦੇ ਪੈਸੇ ਤੱਕ ਨਹੀਂ। ਸਾਈਆਂ ਕਹਿੰਦਾ ਹੈ ਕਿ ਪਿਛਲੇ ਦਿਨੀ ਆਏ ਤੂਫਾਨ ਨਾਲ ਉਹਨਾਂ ਦੀ ਝੁੱਗੀ ਉੱਜੜ ਗਈ ਸੀ ਅਤੇ ਸਾਰੀ ਰਾਤ ਸਿਰਫ ਉਹ ਅਤੇ ਉਹਨਾਂ ਦਾ ਪਰਿਵਾਰ ਹੀ ਜਾਣਦਾ ਹੈ ਕਿ ਉਹ ਰਾਤ ਉਹਨਾਂ ਨੇ ਕਿਵੇਂ ਲੰਘਾਈ ਹੋਵੇਗੀ। ਇਹ ਪਰਸੋਂ ਵਾਲੇ ਦਿਨ ਜੀ ਹਵਾ ਚਲੀ ਗਈ। ਸਈਆਂ ਜੀ। ਸਈਆਂ ਹਾਂਜੀ। ਕੀ ਕੰਮ ਕਰਦੇ ਹੋ ਤੁਸੀਂ? ਸਫਾਈ ਸੇਵਕਾਂ ਜੀ। ਸਫਾਈ ਕਰਮਚਾਰੀ ਖਰੜ ਦੇ ਵਿੱਚ? ਹਾਂਜੀ ਖਰੜ ਦੇ ਵਿੱਚ। ਇਹ ਇਹਨਾਂ ਝੁੱਗੀਆਂ ਝੋਪੜੀਆਂ ਦੇ ਵਿੱਚ ਰਹਿੰਦੇ ਹੋ ਤੁਸੀਂ? ਹਾਂਜੀ ਝੋਪੜੀਆਂ ਵਿੱਚ ਰਹਿੰਦੇ ਆ ਜੀ। ਕਿਆ ਹੋਇਆ ਸੀ ਇੱਥੇ ਉਸ ਦਿਨ? ਹਵਾ ਚੱਲੀ ਜੀ ਪਰਸੋਂ, ਜੋ ਉੱਥੇ ਉਹਨੇ ਉਡਾਤਾ, ਸਾਰਾ ਕੁਝ ਉਡਾਤਾ ਜੀ। ਕੋਈ ਲੇਟ ਦੀ ਸਾਵਧਾਨ ਨਹੀਂ, ਕੋਈ ਵੀ ਨਾ ਹੀ ਕੋਈ ਦਫ਼ਤਰ ਵਾਲਾ ਸੁਣਦਾ ਜੀ। ਸਾਡੀ ਜਿੱਥੇ ਕਮੇਟੀ ਦਫ਼ਤਰ ਲੱਗੇ ਵੇ ਉਹ ਵੀ ਨਹੀਂ ਸੁਣਦੇ ਜੀ ਸਾਡੀ। ਬਿਜਲੀ ਵੀ ਨਹੀਂ, ਪਾਣੀ ਦੀ ਵੀ ਕੋਈ ਸਾਵਧਾਨ ਨਹੀਂ ਸਾਨੂੰ ਜੀ। ਨਰਕ ਦੀ ਇਹ ਜ਼ਿੰਦਗੀ ਕੱਟ ਰਹੇ ਆ ਜੀ ਹੁੰਦੇ ਹੋਏ ਵੀ ਸਾਰਾ। 7,500 ਰੁਪਏ ਤਨਖਾਹ ਹਾਂਜੀ ਹੈ, ਉਹਦੇ ਨਾਲ ਗੁਜ਼ਾਰਾ ਹੋ ਜਾਂਦਾ? ਗੁਜ਼ਾਰਾ ਕਿਹਾ ਜੀ ਇੰਨੇ ਕੁ ਤਾਂ ਲੈ ਕੇ ਹੁਣ 4-5 ਜਣੇ ਤਾਂ ਹੈਗੇ ਆ ਜੀ। ਕਿਆ ਹੋਊਗਾ? ਰੋਟੀ ਦਾ ਵੀ ਨਹੀਂ ਸਰਦਾ ਉਹਦੇ ਨਾਲ ਤਾਂ ਜੀ। ਆਧਾਰ ਉਧਾਰੂ ਫੜ ਕੇ ਮੰਗ ਕੇ ਲਿਆਂਦੇ ਆ, ਉਹ ਤੇ ਸਰ ਜਾਂਦਾ ਜੀ। ਤਾਂ ਕਰਕੇ ਸਾਰ ਦੇ ਖਰਚਾ ਟੋਰ ਰਹੇ ਆ ਜੀ। ਰੋਟੀ ਵੀ ਇੱਕ ਟਾਈਮ ਦੀ ਨਸੀਬ ਨਹੀਂ ਹੁੰਦੀ? ਇੱਕ ਟਾਈਮ ਦੀ ਨਸੀਬ ਨਹੀਂ ਹੁੰਦੀ। ਜੇ ਸਵੇਰੇ ਬਣਾ ਲਈ ਤਾਂ ਸ਼ਾਮ ਨੂੰ ਨਹੀਂ ਬਣਾਉਂਦੇ, ਜੇ ਸ਼ਾਮ ਨੂੰ ਬਣਾ ਲਈ ਤਾਂ ਸਵੇਰੇ ਨਹੀਂ ਬਣਾਉਂਦੇ ਜੀ। ਇੱਕ ਸੱਚਾਈ ਇਹ ਵੀ ਹੈ ਕਿ ਮਹਿਜ਼ 7500 ਯਾਨੀ ਕਿ 7,500 ਰੁਪਏ ਮਹੀਨਾ ਤਨਖਾਹ ਲੈਣ ਵਾਲੇ ਸਫਾਈ ਕਰਮਚਾਰੀਆਂ ਦੀ ਅਸਲ ਸੱਚਾਈ ਇਹ ਹੈ ਕਿ ਉਹ ਇਹਨਾਂ ਝੌਂਪੜੀਆਂ ਦੇ ਵਿੱਚ ਰਹਿੰਦੇ ਨੇ। ਨਜ਼ਾਰਾ ਦੇਖ ਰਹੇ ਹੋ ਤੁਸੀਂ, ਲਗਭਗ 50 ਤੋਂ 60 ਸਾਲ ਹੋ ਗਏ ਨੇ ਇਹਨਾਂ ਨੂੰ ਇੱਥੇ ਰਹਿੰਦੇ ਹੋਏ, ਪਰ ਜਿਹੜੀਆਂ ਮੂਲਭੂਤ ਸੁਵਿਧਾਵਾਂ ਹੁੰਦੀਆਂ ਨੇ, ਬਿਜਲੀ, ਪਾਣੀ, ਉਹ ਇੱਥੇ ਇਹਨਾਂ ਨੂੰ ਬਿਲਕੁਲ ਨਹੀਂ ਮਿਲ ਰਹੀਆਂ। ਯਾਨੀ ਕਿ ਨਰਕ ਵਰਗੀ ਜ਼ਿੰਦਗੀ ਜੀਣ ਲਈ ਮਜਬੂਰ ਨੇ ਤੇ ਮਹਿਜ਼ ਜੇ ਪੂਰੇ ਪਰਿਵਾਰ ਦੇ ਵਿੱਚੋਂ ਇੱਕ ਇਨਸਾਨ ਜੋ ਸਫਾਈ ਕਰਮਚਾਰੀ ਹੈ ਉਸ ਨੂੰ ਤਨਖਾਹ ਮਿਲਦੀ ਹੈ 7,500। ਇਹਨਾਂ ਸਫਾਈ ਕਰਮਚਾਰੀਆਂ ਦੀ ਮੰਗ ਦਾ ਸਮਰਥਨ ਕਈ ਸਮਾਜ ਸੇਵੀ ਅਤੇ ਨੇਤਾਵਾਂ ਵੱਲੋਂ ਵੀ ਦਿੱਤਾ ਗਿਆ ਹੈ, ਪਰ ਉਹ ਵੀ ਕੀ ਕਰਨ ਜਦ ਸਰਕਾਰ ਦੇ ਕੰਨ ਹੀ ਬੋਲੇ ਹੋਏ ਹੋਣ। ਸਰ ਸਾਡਾ ਪੂਰਾ ਸਮਰਥਨ ਹੈ ਜੀ ਉਹਨਾਂ ਨੂੰ। ਮੈਂ 2 ਜਾਂ 3 ਵਾਰ ਉਹਨਾਂ ਦੇ ਕੋਲ ਜਾ ਚੁੱਕੇ ਹਾਂ ਜੀ। ਉਹਨਾਂ ਨਾਲ ਸਾਡਾ ਪੂਰਾ ਸਮਰਥਨ ਹੈ ਜੀ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜੋ ਉਹਨਾਂ ਦੀ ਸੈਲਰੀ ਹੈ 8500 ਜਾਂ 8000 ਰੁਪਈਆ, ਇਸ ਨਾਲ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਸੋ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਹਨਾਂ ਦੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਅਤੇ ਜਲਦੀ ਤੋਂ ਜਲਦੀ ਹੱਲ ਕਰਨੀਆਂ ਚਾਹੀਦੀਆਂ। ਸਰ ਇਹ ਮਤਾ ਅਸੀਂ ਆਲਰੇਡੀ ਪਹਿਲ ਦੇ ਆਧਾਰ 'ਤੇ ਪਾਵਾਂਗੇ ਜੀ, ਕਿਉਂਕਿ ਜੋ
ਸਬਾਈ ਸੇਵਕ ਹਨ ਉਹ ਸਾਡੇ ਹੀ ਪਰਿਵਾਰਾਂ 'ਚੋਂ ਹੈ, ਸਾਡੀ ਹੀ ਬਾੜਾਂ 'ਚੋਂ ਹੈ, ਕੋਈ ਬਾਹਰ ਤੋਂ ਨਹੀਂ ਆਏ ਵੀ। ਸੋ ਉਹਨਾਂ ਦਾ ਦਰਦ ਅਸੀਂ ਸਮਝ ਸਕਦੇ ਹਾਂ। ਸੋ ਅਸੀਂ ਸਾਰੇ ਐਮਸੀਆਂ ਨੇ ਸਲਾਹ ਕੀਤੀ ਹੋਈ ਹੈ ਵੀ ਪਹਿਲ ਦੇ ਆਧਾਰ 'ਤੇ ਮਤਾ ਪਾ ਕੇ ਇਹਨਾਂ ਦਾ ਜਿੰਨਾ ਵੀ ਸਾਡੇ ਤੋਂ ਹੈਲਪ ਹੋ ਸਕਦੀ ਹੈ ਅਸੀਂ ਵੱਧ ਤੋਂ ਵੱਧ ਕਰਾਂਗੇ। ਮੰਤਰੀ ਸਾਹਿਬ ਤੱਕ ਵੀ ਅਸੀਂ ਪਹੁੰਚ ਕਰ ਰਹੇ ਹਾਂ ਵੀ ਇਸ ਕੰਮ ਨੂੰ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾ ਸਕੇ। ਸੋ ਕੱਲ੍ਹ ਨੂੰ ਮੀਟਿੰਗ ਵੀ ਅਸੀਂ ਸ਼ਾਇਦ ਅਰੇਂਜ ਹੋ ਰਹੀ ਹੈ ਜੀ, ਕੱਲ੍ਹ ਨੂੰ ਸ਼ਾਇਦ ਹੋ ਜਾਵੇ, ਜੋ ਜਲਦੀ ਤੋਂ ਜਲਦੀ ਹੱਲ ਦਾ ਕਰਾਂਗੇ ਜੀ। ਸਰ ਅਸਲ ਦੇ ਹੀਰੋ ਆ ਜੀ। ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਬਿਮਾਰੀ ਤੋਂ ਰਹਿਤ ਰੱਖਣ ਲਈ ਹੀ ਸਭ ਤੋਂ ਬੜਾ ਉਹਨਾਂ ਦਾ ਯੋਗਦਾਨ ਹੈ ਜੀ। ਸੋ ਇਸ ਗੱਲ ਨੂੰ ਮੰਨਣਾ ਚਾਹੀਦਾ ਹੈ ਜੀ। ਸੋ ਸਰਕਾਰ ਨੂੰ ਵੀ ਬੇਨਤੀ ਹੈ ਵੀ ਭਾਈ ਇਹਨਾਂ ਦੀ ਜਲਦ ਤੋਂ ਜਲਦ ਮੰਗਾਂ ਪ੍ਰਵਾਨ ਕਰੀਆਂ ਜਾਣ। ਤੁਹਾਡਾ ਸਮਰਥਨ ਹੈ? ਪੂਰਾ ਜੀ ਪੂਰਾ ਫੁੱਲ ਐਨ 100% ਸਾਡਾ ਸਮਰਥਨ। ਦੋਸਤੋ ਆਪਾਂ ਅੱਜ ਖਰੜ ਸ਼ਹਿਰ ਦੇ ਕਿਸੇ ਵੀ ਕੋਨੇ ਚਲੇ ਜਾਈਏ, ਚਾਹੇ ਉਹ ਬਾਜ਼ਾਰ ਵਾਲੀ ਸਾਈਡ ਹੋਵੇ, ਬੱਸ ਸਟੈਂਡ ਵਾਲੀ ਸਾਈਡ ਹੋਵੇ, ਕਲੋਨੀਆਂ ਹੋਣ, ਤੁਸੀਂ ਦੇਖ ਰਹੇ ਹੋ ਕਿ ਹਰ ਥਾਂ ਤੇ ਗੰਦਗੀ ਦੇ ਢੇਰ ਪਏ ਨੇ। ਗੰਦਗੀ ਦੇ ਢੇਰ ਕਿਸ ਕਾਰਨ ਪਏ ਨੇ? ਕਿਉਂਕਿ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਨੇ। ਉਹਨਾਂ ਦੀਆਂ ਮੰਗਾਂ ਵਾਜਬ ਨੇ ਕਿਉਂਕਿ ਜੋ ਉਹਨਾਂ ਨੂੰ ਤਨਖਾਹ ਮਿਲਦੀਆਂ ਨੇ ਉਹਨਾਂ ਦੇ ਪਰਿਵਾਰਾਂ ਦੇ ਖਰਚੇ ਚਲਾਉਣੇ ਬਹੁਤ ਮੁਸ਼ਕਲ ਹੋਏ ਨੇ, ਕਿਉਂਕਿ ਬਿਜਲੀ ਦੇ ਬਿੱਲ ਲਗਾਤਾਰ ਵਧ ਰਹੇ ਨੇ, ਮਹਿੰਗਾਈ ਲਗਾਤਾਰ ਵਧ ਰਹੀ ਹੈ। ਪਰ ਇਹਨਾਂ ਦੀਆਂ ਜੋ ਤਨਖਾਹਾਂ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਉੱਥੇ ਦੀਆਂ ਉੱਥੀਆਂ ਖੜੀਆਂ ਨੇ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੀਆਂ ਮੰਗਾਂ ਜਲਦ ਤੋਂ ਜਲਦ ਮੰਨੀਆਂ ਜਾਣ ਤਾਂ ਜੋ ਇਹ ਆਪਣੇ ਕੰਮਾਂ ਤੇ ਪਰਤਣ। ਮੈਂ ਤਾਂ ਇਹੀ ਮੰਨਦਾ ਕਿ ਜਿਹੜੀ ਇਹਨਾਂ ਦੀ ਮੰਗ ਹੈ ਉਹ ਜਾਇਜ਼ ਹੈ। ਦੇਖੋ ਅੱਜ ਦੇ ਇੰਨੇ ਮਹਿੰਗਾਈ ਦੇ ਯੁੱਗ ਦੇ ਵਿੱਚ 7,000 ਜਾਂ 8,000 ਰੁਪਏ DC ਰੇਟ ਜੋ ਇਹਨਾਂ ਨੂੰ ਮਿਲ ਰਿਹਾ ਤੇ ਸਫਾਈ ਦੇ ਮੈਂ ਤਾਂ ਇਹੀ ਕਹਾਂਗਾ ਕਿ ਸਭ ਨਾਲੋਂ ਵਧੀਆ ਕੰਮ ਇਹ ਕਰਦੇ ਨੇ ਜਿਹੜਾ ਸਫਾਈ ਦਾ। ਜੇ ਸਫਾਈ ਨਾ ਹੋਵੇ ਦੂਏ ਦਿਨ, ਹੁਣ ਤੁਸੀਂ ਦੇਖ ਰਹੇ ਹੋ ਪਿਛਲੇ ਕਈ ਦਿਨਾਂ ਤੋਂ ਹੜਤਾਲ ਪਈ ਹੈ, ਸਾਰਾ ਸ਼ਹਿਰ ਇੱਕੋ ਗੰਦਗੀ ਦਾ ਢੇਰ ਆ ਗਿਆ ਸਾਰੇ ਸ਼ਹਿਰ ਦੇ। ਮੈਂ ਇਹੀ ਕਹਾਂਗਾ ਕਿ ਇਹਨਾਂ ਦੀ ਜਿਹੜੀ ਮੰਗ ਹੈ ਹੋਰ ਜੇ ਕਲਰਕ ਨਾ, ਮੈਂ ਕਹਿੰਦਾ ਕਲਰਕ ਤੋਂ ਵੀ ਜ਼ਿਆਦਾ ਇਹਨਾਂ ਦੀ ਉੱਪਰ ਤਨਖਾਹ ਹੋਣੀ ਚਾਹੀਦੀ ਹੈ। ਮੈਂ ਤਾਂ ਇਹੀ ਕਹਾਂਗਾ ਇਹਨਾਂ ਨੂੰ ਜਲਦ ਤੋਂ ਜਲਦ, ਸਰਕਾਰ ਨੂੰ ਇਹੀ ਮੰਗ ਕਰਾਂਗਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਪੱਕੇ ਕਰੋ ਤੇ ਤਨਖਾਹ ਇਹਨਾਂ ਦੀ ਜਿਹੜਾ ਪੇ ਸਕੇਲ ਹੈ ਇੰਕਰੀਜ਼ ਕਰੋ। ਅਸਲ ਜਿਹੜਾ ਅੱਜ ਸਾਡੀ ਜ਼ਿੰਦਗੀ ਦੇ ਅਸਲ ਹੀਰੋ ਨੇ ਇਹੀ ਨੇ। ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ। ਅਸਲ ਹੀਰੋ ਹੀ ਇਹ ਨੇ, ਬਾਕੀਆਂ ਨੂੰ ਛੱਡ ਕੇ ਪਹਿਲਾਂ ਇਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ। ਭਾਵੇਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਸਫਾਈ ਕਰਮਚਾਰੀ ਹੜਤਾਲ ਤੇ ਚਲੇ ਗਏ ਹੋਣ, ਪਰ ਇਸ ਮਹਿੰਗਾਈ ਦੇ ਦੌਰ ਵਿੱਚ ਸਿਰਫ 7,500 ਰੁਪਏ ਨਾਲ ਗੁਜ਼ਾਰਾ ਕਰਕੇ ਸਾਡੇ ਸ਼ਹਿਰ ਨੂੰ ਸੁੰਦਰਤਾ ਅਤੇ ਬਿਮਾਰੀ ਮੁਕਤ ਬਣਾ ਕੇ ਰੱਖ ਰਹੇ ਨੇ। ਇਹੀ ਨੇ ਸਾਡੇ ਦੇਸ਼ ਦੇ ਰੀਅਲ ਹੀਰੋ। ਇਹਨਾਂ ਰੀਅਲ ਹੀਰੋਆਂ ਨੂੰ ਸਾਡਾ ਵੀ ਸਲਾਮ। ਕੈਮਰਾਮੈਨ ਚੇਤਨ ਸ਼ਰਮਾ ਦੇ ਨਾਲ ਪ੍ਰਲਾਦ ਸੰਗੇਲੀਆ ਦੀ ਰਿਪੋਰਟ, ਰੀਅਲ ਫਲੇਵਰਸ ਨਿਊਜ਼।